जी ट्रेनीज़। मैं गुरप्रीत सिंह RAC इंस्ट्रक्टर गौरमेंट ITI बठिंडा। ਅੱਜ ਅਸੀਂ जिस टॉपिक ਦੇ ਰਿਗਾਰਡਿੰਗ ਗੱਲ ਕਰਾਂਗੇ ਉਹ ਸਾਡੇ RAC ITI ਦੇ ਸੈਕੰਡ ਈਅਰ ਦੇ ਸਿਲੇਬਸ ਵਿੱਚੋਂ ਸੈਂਟਰਲ ਏਅਰ ਕੰਡੀਸ਼ਨਿੰਗ। ਸੈਂਟਰਲ ਏਅਰ ਕੰਡੀਸ਼ਨਿੰਗ ਕੀ ਹੁੰਦੀ ਹੈ, ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ ਕਿਸਮਾਂ ਤੇ ਉਸ ਦੇ ਸਾਨੂੰ ਕੀ ਲਾਭ ਨੇ, ਕੀ ਸਾਨੂੰ ਉਹਦੀਆਂ ਡਿਸਐਡਵਾਂਟੇਜ ਨੇ, ਉਹਦੇ ਰਿਗਾਰਡਿੰਗ ਅਸੀਂ ਅੱਜ ਦੇ ਲੈਕਚਰ 'ਚ ਗੱਲ ਕਰਾਂਗੇ। ਸੈਂਟਰਲ ਏਅਰ ਕੰਡੀਸ਼ਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਏਅਰ ਕੰਡੀਸ਼ਨਿੰਗ ਦੀ ਜੇ ਗੱਲ ਕਰੀਏ ਤਾਂ ਜੋ ਏਅਰ ਕੰਡੀਸ਼ਨਿੰਗ ਹੈ ਉਹ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹਦੇ ਦੁਆਰਾ ਅਸੀਂ ਹਵਾ ਦੇ ਗੁਣਾਂ ਦੇ ਵਿੱਚ ਤਬਦੀਲੀ ਕਰਦੇ ਹਾਂ ਜੋ ਕਿ ਸਾਡੇ ਫੇਵਰੇਬਲ ਕੰਡੀਸ਼ਨਸ ਵਾਸਤੇ ਜ਼ਰੂਰੀ ਨੇ। ਹਵਾ ਦੇ ਗੁਣ ਕਿਹੜੇ ਕਿਹੜੇ ਹੋ ਸਕਦੇ ਆ ਜਿਹਦੇ ਵਿੱਚ ਹਵਾ ਦਾ ਤਾਪਮਾਨ, ਹਵਾ ਦੇ ਵਿੱਚ ਨਮੀ ਦੀ ਮਾਤਰਾ, ਉਹਨਾਂ ਗੁਣਾਂ ਦੇ ਵਿੱਚ ਤਬਦੀਲੀ ਕਰਕੇ ਅਸੀਂ ਆਪਦੀਆਂ ਫੇਵਰੇਬਲ ਕੰਡੀਸ਼ਨਸ ਲਈ ਉਹਨਾਂ ਦੀ ਵਰਤੋਂ ਕਰਦੇ ਹਾਂ। ਉਸ ਪ੍ਰੋਸੈਸ ਨੂੰ ਅਸੀਂ ਏਅਰ ਕੰਡੀਸ਼ਨਿੰਗ ਕਹਿੰਦੇ ਹਾਂ। ਏਅਰ ਕੰਡੀਸ਼ਨਿੰਗ ਦੀ ਜੋ ਵਰਤੋਂ ਹੈ ਉਹ ਹਿਊਮਨ ਬੀਇੰਗ ਦੇ ਕੰਫਰਟ ਵਾਸਤੇ, ਜਾਂ ਅਸੀਂ ਜੇ ਸੈਂਟਰਲ AC ਦੀ ਸਪੈਸ਼ਲ ਤੌਰ 'ਤੇ ਗੱਲ ਕਰੀਏ ਤਾਂ ਉਹ ਇੰਡਸਟਰੀਅਲ ਪ੍ਰੋਸੈਸਿਸ ਦੀਆਂ ਜੋ ਰਿਕੁਆਇਰਮੈਂਟਸ ਨੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਏਅਰ ਕੰਡੀਸ਼ਨਿੰਗ ਦੀ ਜੋ ਹੈ ਵਰਤੋਂ ਕਰਦੇ ਹਾਂ। ਹੁਣ ਗੱਲ ਇਹ ਆਉਂਦੀ ਹੈ ਵੀ ਏਅਰ ਕੰਡੀਸ਼ਨਿੰਗ ਕਰਦੀ ਕੀ ਹੈ, ਏਅਰ ਕੰਡੀਸ਼ਨਿੰਗ ਨਾਲ ਹੁੰਦਾ ਕੀ ਹੈ। ਜਿਵੇਂ ਹੁਣ ਅਸੀਂ ਹਿਊਮਨ ਕੰਫਰਟ ਦੀ ਗੱਲ ਕੀਤੀ ਤਾਂ ਹਿਊਮਨ ਕੰਫਰਟਸ ਨੂੰ ਜਾਂ ਸਾਡੇ ਇੰਡਸਟਰੀਅਲ ਪ੍ਰੋਸੈਸਿਸ ਦੇ ਵਿੱਚ ਵੱਖ-ਵੱਖ ਤੱਤ ਨੇ ਜੋ ਉਸ ਦੇ ਵਰਕ ਕਲਚਰ ਨੂੰ ਜਾਂ ਹਿਊਮਨ ਦੇ ਕੰਫਰਟ ਨੂੰ ਪ੍ਰਭਾਵਿਤ ਕਰਦੇ ਨੇ, ਜਿਹਦੇ ਵਿੱਚ ਸਾਡਾ ਹਵਾ ਦਾ ਤਾਪਮਾਨ, ਹਵਾ ਦੀ ਪਿਓਰਿਟੀ, ਹਵਾ ਦਾ ਮੋਸ਼ਨ, ਇਹ ਚੀਜ਼ਾਂ ਆਉਂਦੀਆਂ ਨੇ। ਜੇ ਹਵਾ ਦਾ ਤਾਪਮਾਨ ਪ੍ਰੋਪਰ ਨਹੀਂ ਹੋਊਗਾ ਤਾਂ ਉਹਦੇ ਨਾਲ ਅਸੀਂ ਕੰਫਰਟੇਬਲ ਫੀਲ ਨਹੀਂ ਕਰ ਸਕਦੇ, ਜਾਂ ਹਵਾ ਦੀ ਪਿਓਰਿਟੀ ਨਹੀਂ ਹੈ, ਹਵਾ ਦੇ ਵਿੱਚ ਡਸਟ ਪਾਰਟੀਕਲਸ ਮੌਜੂਦ ਨੇ, ਟੈਂਪਰੇਚਰ ਚਾਹੇ ਅਸੀਂ ਉਹਦਾ ਕੰਟਰੋਲ ਕੀਤਾ ਹੋਇਆ ਤਾਂ ਇਸੇ ਤਰ੍ਹਾਂ ਹਵਾ ਏਅਰ ਕੰਡੀਸ਼ਨਰ ਜੋ ਹੈ ਸਾਡਾ ਉਹ ਕਰਦਾ ਕੀ ਹੈ। ਜਿਵੇਂ ਤੁਸੀਂ ਫਸਟ ਪੁਆਇੰਟ ਦੇਖ ਪਾ ਰਹੇ ਹੋ, ਹਵਾ ਜੋ ਏਅਰ ਕੰਡੀਸ਼ਨਰ ਹੈ ਉਹਦੇ ਨਾਲ ਅਸੀਂ ਹਵਾ ਨੂੰ ਠੰਡਾ ਕਰ ਸਕਦੇ ਹਾਂ। ਏਅਰ ਕੰਡੀਸ਼ਨਰ ਦਾ ਮਤਲਬ ਇਕੱਲਾ ਹਵਾ ਨੂੰ ਠੰਡਾ ਕਰਨਾ ਹੀ ਨਹੀਂ, ਉਹਦੇ ਨਾਲ ਅਸੀਂ ਕੰਡੀਸ਼ਨਸ ਦੇ ਅਕੋਰਡਿੰਗ, ਸਪੋਜ਼ ਕਰੋ ਸਾਨੂੰ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਨਿੱਘੀ ਹਵਾ ਦੀ ਜ਼ਰੂਰਤ ਹੈ ਤਾਂ ਅਸੀਂ ਏਅਰ ਕੰਡੀਸ਼ਨਰ ਦੀ ਹੈਲਪ ਦੇ ਨਾਲ ਹਵਾ ਨੂੰ ਵਾਰਮ ਵੀ ਕਰ ਸਕਦੇ ਹਾਂ, ਉਹਨੂੰ ਗਰਮ ਵੀ ਕਰ ਸਕਦੇ ਹਾਂ। ਹਵਾ ਦੇ ਵਿੱਚ ਅਸੀਂ ਨਮੀ ਦੀ ਮਾਤਰਾ ਦੀ ਗੱਲ ਕਰਦੇ ਹਾਂ ਤਾਂ ਤੀਸਰੇ ਪੁਆਇੰਟ 'ਚ ਤੁਸੀਂ ਦੇਖ ਰਹੇ ਹੋ ਕਿ ਜੋ ਹਵਾ ਹੈ ਉਹਦੇ ਵਿੱਚੋਂ ਅਸੀਂ ਨਮੀ ਦੀ ਐਕਸਟਰਾ ਮਾਤਰਾ ਹੈ ਜੋ ਉਹਨੂੰ ਰਿਮੂਵ ਕਰ ਸਕਦੇ ਹਾਂ, ਜਾਂ ਅਸੀਂ ਹਵਾ ਦੇ ਵਿੱਚ ਨਮੀ ਦੀ ਮਾਤਰਾ ਘੱਟ ਹੈ ਤਾਂ ਉਸ 'ਚ ਸਾਨੂੰ ਨਮੀ ਦੀ ਮਾਤਰਾ ਐਡ ਕਰਨ ਦੀ ਜ਼ਰੂਰਤ ਹੈ ਤਾਂ ਹਿਊਮੀਸਟੈਟ ਜੋ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ ਉਹਦੇ ਨਾਲ ਅਸੀਂ ਉਹਦੇ ਵਿੱਚ ਮੋਇਸਚਰ ਐਡ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਫੈਨ, ਬਲੋਅਰਸ ਯੂਜ਼ ਕਰਦੇ ਹਾਂ, ਡਕਟ ਸਿਸਟਮ ਯੂਜ਼ ਕਰਦੇ ਹਾਂ ਜਿਹਦੇ ਨਾਲ ਅਸੀਂ ਹਵਾ ਨੂੰ ਸਰਕੂਲੇਟ ਕਰ ਸਕਦੇ ਹਾਂ। ਉਹ ਇਹਦਾ ਕੰਮ ਹੈ। ਜੇ ਸਾਡੇ ਹਵਾ ਦੀ ਸਰਕੂਲੇਸ਼ਨ ਪ੍ਰੋਪਰ ਨਹੀਂ ਹੋਊਗੀ ਤਾਂ ਵੀ ਅਸੀਂ ਅਨਕੰਫਰਟੇਬਲ ਫੀਲ ਕਰਾਂਗੇ। ਜਿਵੇਂ ਅਸੀਂ ਡਸਟ ਦੀ ਗੱਲ ਕੀਤੀ ਹੈ ਤਾਂ ਹਵਾ ਦੀ ਫਿਲਟਰੇਸ਼ਨ ਕਰਦਾ ਹੈ। ਹਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਦੁਰਗੰਧ ਹੈ ਤਾਂ ਉਸ ਦੁਰਗੰਧ ਨੂੰ ਜੋ ਹੈ ਰਿਮੂਵ ਕਰਨ ਵਾਸਤੇ ਅਸੀਂ ਏਅਰ ਕੰਡੀਸ਼ਨਰ ਦੀ ਜੋ ਵਰਤੋਂ ਕਰਦੇ ਹਾਂ। ਹੁਣ ਜੇ ਅਸੀਂ ਏਅਰ ਕੰਡੀਸ਼ਨਿੰਗ ਦੀ ਗੱਲ ਕਰੀਏ ਤਾਂ ਉਹਨੂੰ ਅਸੀਂ ਬੇਸਿਕਲੀ ਮੁੱਖ ਦੋ ਭਾਗਾਂ 'ਚ ਵੰਡ ਸਕਦੇ ਹਾਂ। ਇੱਥੇ ਇੱਕ ਤਾਂ ਅਸੀਂ ਗੱਲ ਕਰ ਲਈਏ ਸੈਂਟਰਲ AC, ਇੱਕ ਗੱਲ ਕਰ ਲਈਏ ਨੌਨ ਸੈਂਟਰਲ AC। ਨੌਨ ਸੈਂਟਰਲ AC ਜਿਵੇਂ ਤੁਸੀਂ ਆਮ ਤੌਰ 'ਤੇ ਦੇਖਿਆ ਵੀ ਵਿੰਡੋ AC ਹੈ ਜਾਂ ਸਪਲਿਟ AC ਹੈ। ਸਾਡਾ ਸਪਲਿਟ AC ਵਿੰਡੋ AC ਹੈ ਜੋ ਅਸੀਂ ਇੱਕ ਵਿੰਡੋ ਦੇ ਵਿੱਚ ਫਿੱਟ ਕਰ ਦਿੰਦੇ ਹਾਂ। ਸਪਲਿਟ ਅਸੀਂ ਉਹਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੰਦੇ ਹਾਂ, ਇੱਕ ਸਾਡਾ ਆਊਟਡੋਰ ਯੂਨਿਟ ਆ ਜਾਂਦਾ, ਇੱਕ ਸਾਡਾ ਇਨਡੋਰ ਯੂਨਿਟ ਆ ਜਾਂਦਾ। ਸਪਲਿਟ AC ਫਰਦਰ ਜੋ ਹੈ ਸਾਡਾ ਮਾਊਂਟਿੰਗ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਹੋ ਸਕਦੇ ਹੈ। ਜਿਵੇਂ ਫਸਟ ਹੈ ਸਾਡਾ ਸੀਲਿੰਗ ਮਾਊਂਟਡ, ਜਿਵੇਂ ਤੁਸੀਂ ਵੱਖ-ਵੱਖ ਕਿਸੇ ਬੈਂਕਾਂ ਦੇ ਵਿੱਚ ਦੇਖਿਆ ਹੋਊਗਾ ਕਿ ਬੈਂਕ ਦੇ ਵਿੱਚ ਛੱਤ ਦੇ ਉੱਪਰ ਸਾਨੂੰ AC ਲੱਗੇ ਹੋਏ ਮਿਲਦੇ ਹੈ ਜਿਨ੍ਹਾਂ ਦੀ ਗ੍ਰਿਲ ਹੈ ਜੋ ਉਹ ਸਾਨੂੰ ਇਕੱਲੀ ਬਾਹਰ ਦਿਖਾਈ ਦਿੰਦੀ ਹੈ। ਉਸ ਟਾਈਪ ਦੇ AC ਹੈ ਜੋ ਸੀਲਿੰਗ ਮਾਊਂਟਡ ਹੈ ਜਿਨ੍ਹਾਂ ਨੂੰ ਅਸੀਂ ਕੈਸਟ AC ਵੀ ਕਹਿੰਦੇ ਹਾਂ। ਵਾਲ ਮਾਊਂਟਡ ਜੋ ਹੈ ਅਸੀਂ ਕੰਧ ਦੇ ਉੱਪਰ ਲਗਾਉਣੇ ਆ ਸਾਡਾ, ਅਤੇ ਫਲੋਰ ਮਾਊਂਟਡ ਹੈ ਜੋ ਜਿਨ੍ਹਾਂ ਦੀ ਮਾਊਂਟਿੰਗ ਫਰਸ਼ 'ਤੇ ਕੀਤੀ ਜਾਂਦੀ ਹੈ। ਇਹ ਸਪਲਿਟ AC ਸਾਡੇ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਹੈ। ਹੁਣ ਅਸੀਂ ਅੱਜ ਦਾ ਸਾਡਾ ਜੋ ਮੇਨ ਟੌਪਿਕ ਸੀ ਉਹ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਦੇ ਰਿਗਾਰਡਿੰਗ ਗੱਲ ਕਰਨੀ ਸੀ। ਤਾਂ ਸੈਂਟਰਲ ਏਅਰ ਕੰਡੀਸ਼ਨਿੰਗ ਜੋ ਹੈ, ਸੈਂਟਰਲ ਏਅਰ ਕੰਡੀਸ਼ਨਿੰਗ ਅਸਲ ਦੇ ਵਿੱਚ ਹੁੰਦੀ ਕੀ ਹੈ। ਸੈਂਟਰਲ ਏਅਰ ਕੰਡੀਸ਼ਨਿੰਗ ਅਸੀਂ ਉਸ ਸਿਸਟਮ ਨੂੰ ਕਹਿੰਦੇ ਆ ਜਿਹਦੇ ਵਿੱਚ ਜਿਹੜੇ ਸਾਡੇ ਸਾਰੇ ਕੰਪੋਨੈਂਟ ਹੈ ਉਹਨੂੰ ਅਸੀਂ ਇੱਕ ਸੈਂਟਰਲ ਰੂਮ, ਸੈਂਟਰਲ ਦਾ ਮਤਲਬ ਇੱਕ ਕੇਂਦਰ ਬਣਾ ਲਿਆ ਅਸੀਂ। ਉਸ ਕੇਂਦਰ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਅਸੀਂ ਸਾਰੇ ਪਾਰਟਸ ਨੂੰ ਇੱਕ ਜਗ੍ਹਾ 'ਤੇ
ਫਿੱਟ ਕਰਤਾ ਤੇ ਜੋ ਹਵਾ ਨੂੰ ਉਸ ਜਗ੍ਹਾ ਤੋਂ ਕੰਡੀਸ਼ਨਡ ਕਰਕੇ ਹਵਾ ਦੇ ਉਸ ਹਾਲਾਤ ਨੂੰ ਬਦਲ ਕੇ ਹਵਾ ਨੂੰ ਅਸੀਂ ਡਕਟ ਦੇ ਰਾਹੀਂ, ਡਕਟ ਇੱਕ ਇਹੋ ਜਿਹਾ ਰਸਤਾ ਹੈ ਜਿਹਦੇ ਰਾਹੀਂ ਹਵਾ ਨੂੰ ਮਤਲਬ ਕਿ ਡਿਸਟਰੀਬਿਊਟ ਕੀਤਾ ਜਾਂਦਾ ਹੈ ਵੱਖ-ਵੱਖ ਜਗ੍ਹਾ ਦੇ ਵਿੱਚ। ਜਾਂ ਮੈਂ ਜਿਵੇਂ ਹੁਣ ਇੱਥੇ ਹਵਾ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਕੋਈ ਸਿਸਟਮ ਸੈਂਟਰਲ ਏਸੀ 'ਚ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਜਿਹਦੇ ਵਿੱਚ ਅਸੀਂ ਚਿਲਡ ਵਾਟਰ, ਠੰਡੇ ਪਾਣੀ ਨੂੰ ਜੋ ਹੈ ਵੱਖ-ਵੱਖ ਜਗ੍ਹਾ ਤੱਕ ਰੂਮਸ ਨੂੰ ਠੰਡਾ ਕਰਨ ਵਾਸਤੇ ਸਰਕੂਲੇਟ ਕਰਦੇ ਆ। ਇਹਦੀਆਂ ਜੋ ਸੈਂਟਰਲ ਏਸੀ ਦੀਆਂ ਐਪਲੀਕੇਸ਼ਨਸ ਆ, ਜੇ ਅਸੀਂ ਸੈਂਟਰਲ ਏਸੀ ਦੀ ਗੱਲ ਕਰੀਏ ਵੀ ਕਿੱਥੇ ਲੱਗਦਾ ਹੈ, ਸੈਂਟਰਲ ਏਸੀ ਇੱਕ ਸੈਂਟਰ ਦੇ ਵਿੱਚ ਸਾਰੇ ਕੰਪੋਨੈਂਟਸ ਅਸੀਂ ਲਗਾਉਂਦੇ ਆ। ਤਾਂ ਆਮ ਜੇ ਤੁਸੀਂ ਕਿਸੇ ਏਸੀ ਦੀ ਗੱਲ ਕਰੋ ਤਾਂ ਉਹਦੇ ਨਾਲੋਂ ਇਹਦੇ ਜੋ ਕੰਪੋਨੈਂਟਸ ਨੇ ਉਹ ਬਹੁਤ ਜ਼ਿਆਦਾ ਬਿਗਰ ਹੁੰਦੇ ਆ, ਕਿਉਂਕਿ ਇਹਦੇ ਵਿੱਚ ਸਾਨੂੰ ਹਾਈ ਕਪੈਸਿਟੀ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਪੈਕੇਜ ਏਸੀ ਬਾਰੇ ਦੇਖਿਆ ਹੋਊਗਾ, ਪੈਕੇਜ ਏਸੀ ਜੋ ਸਾਡਾ ਹੈ ਉਹ 5 ਟਨਸ ਤੋਂ ਲੈ ਕੇ ਜੋ ਹੈ 20, 25, 30 ਟਨਸ ਤੱਕ ਅਸੀਂ ਯੂਜ਼ ਕਰ ਸਕਦੇ ਹਾਂ। ਪਰ ਜਦੋਂ ਸਾਨੂੰ ਉਸ ਤੋਂ ਵੀ ਜ਼ਿਆਦਾ ਹਾਇਰ ਕਪੈਸਿਟੀ ਦੀ ਜ਼ਰੂਰਤ ਪੈਂਦੀ ਹੈ ਏਅਰ ਕੰਡੀਸ਼ਨਿੰਗ ਵਾਸਤੇ, ਤਾਂ ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਨੂੰ ਪ੍ਰੈਫਰ ਕਰਦੇ ਹਾਂ। ਤਾਂ ਇਸ ਕਰਕੇ ਜੋ ਲਾਰਜ ਬਿਲਡਿੰਗਸ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਹਾਈ ਕੂਲਿੰਗ ਦੀ ਜ਼ਰੂਰਤ ਹੈ, ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਦੀ ਵਰਤੋਂ ਕਰਦੇ ਹਾਂ। ਉਦਾਹਰਣ ਦੇ ਤੌਰ 'ਤੇ ਅਸੀਂ ਜੋ ਲਾਰਜ ਬਿਲਡਿੰਗਸ ਆ ਉਹਦੇ ਵਿੱਚ ਲੈ ਸਕਦੇ ਹਾਂ ਕਿ ਸਾਡਾ ਕੋਈ ਸਿਨੇਮਾ ਹਾਲ ਹੈ, ਕੋਈ ਕਿਸੇ ਤਰ੍ਹਾਂ ਦਾ ਹੋਟਲ ਹੈ, ਹੌਸਪੀਟਲ ਹੈ, ਜਾਂ ਕੋਈ ਵੱਖ-ਵੱਖ ਤਰ੍ਹਾਂ ਦੀਆਂ ਸੁਪਰ ਮਾਰਕੀਟਸ ਨੇ, ਕੋਈ ਸਿਟੀਜ਼ ਦੇ ਵਿੱਚ ਮਾਲ ਹੈ, ਕੋਈ ਰੈਸਟੋਰੈਂਟਸ ਨੇ, ਜਾਂ ਕੋਈ ਹੋਰ ਮਲਟੀ ਸਟੋਰੀ ਬਿਲਡਿੰਗਸ ਨੇ ਜਿਨ੍ਹਾਂ ਦੀਆਂ ਅਸੀਂ ਏਅਰ ਕੰਡੀਸ਼ਨਿੰਗ ਕਰਨਾ ਚਾਹੁੰਦੇ ਹਾਂ। ਤਾਂ ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਦੀ ਵਰਤੋਂ ਬੈਨੀਫਿਸ਼ਲੀ ਤਰੀਕੇ ਦੇ ਨਾਲ ਕਰ ਸਕਦੇ ਹਾਂ। ਜਾਂ ਕੋਈ ਇਹੋ ਜਿਹੀ ਪਲੇਸ ਹੋ ਸਕਦੀ ਹੈ ਕਿ ਜਿੱਥੇ ਪਬਲਿਕ ਜੋ ਹੈ ਬਾਰ-ਬਾਰ ਵਿਜ਼ਿਟ ਕਰਦੀ ਹੈ, ਜਿਵੇਂ ਮੈਂ ਮਾਲਸ ਦੀ ਗੱਲ ਕੀਤੀ ਹੈ, ਜਾਂ ਇੰਡਸਟਰੀਅਲ ਪਰਪਸ ਦੇ ਤੌਰ 'ਤੇ ਜਿੱਥੇ EMPLOYEES ਕੰਮ ਕਰਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀ ਰਿਕੁਆਇਰਮੈਂਟ ਲਈ, ਉੱਥੋਂ ਦੇ ਪ੍ਰੋਸੈਸਿਸ ਲਈ ਸਾਨੂੰ ਜੋ ਹੈ ਕੂਲਿੰਗ ਦੀ ਜ਼ਰੂਰਤ ਹੈ, ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਸਿਸਟਮ ਦੀ ਜੋ ਹੈ ਵਰਤੋਂ ਕਰ ਸਕਦੇ ਹਾਂ। ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ ਜੇ ਅਸੀਂ ਕਿਸਮਾਂ ਦੀ ਗੱਲ ਕਰੀਏ ਤਾਂ ਵੀ ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੋ ਸਕਦੀਆਂ ਨੇ। ਬੇਸਿਕਲੀ ਅਸੀਂ ਇੱਥੇ ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ 3 ਕਿਸਮਾਂ ਦੇ ਬਾਰੇ ਗੱਲ ਕਰਾਂਗੇ। ਪਹਿਲੀ ਸਾਡੀ ਜੋ ਕਿਸਮ ਹੈ ਉਹ ਹੈ VRF ਸਿਸਟਮ। VRF ਸਿਸਟਮ ਸਾਡਾ ਕੀ ਹੁੰਦਾ ਹੈ? ਵੇਰੀਏਬਲ ਰੈਫਰੀਜਰੈਂਟ ਫਲੋ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਜ਼ੋਨਸ ਦੇ ਵਿੱਚ ਜੋ ਹੈ ਟੈਂਪਰੇਚਰ ਦਾ ਕੰਟਰੋਲ ਕਰਦੇ ਹਾਂ। DX ਸਿਸਟਮ ਜਿਹੜਾ ਹੈਗਾ, ਜਿਹਨੂੰ ਅਸੀਂ ਡਾਇਰੈਕਟ ਐਕਸਪੈਂਸ਼ਨ ਸਿਸਟਮ ਕਹਿੰਦੇ ਆ। ਜਿਵੇਂ ਤੁਸੀਂ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਪੜ੍ਹਿਆ, ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਸਿਧਾਂਤ ਦੇ ਅਨੁਸਾਰ ਜਿੱਥੇ ਅਸੀਂ ਕੂਲਿੰਗ ਪੈਦਾ ਕਰਦੇ ਹਾਂ ਉਹ ਸਾਡਾ DX ਸਿਸਟਮ ਹੈ। ਜਾਂ ਸਾਡਾ ਚਿਲਡ ਵਾਟਰ ਸਿਸਟਮ ਹੋ ਸਕਦਾ ਹੈ, ਜਿਹਦੇ ਵਿੱਚ ਅਸੀਂ ਠੰਡੇ ਪਾਣੀ ਦੇ ਦੁਆਰਾ ਵੱਖ-ਵੱਖ ਰੂਮਸ ਨੂੰ ਠੰਡਾ ਕਰਨ ਦੇ ਲਈ ਜੋ ਹੈ ਸੈਂਟਰਲ ਏਸੀ ਦੀ ਵਰਤੋਂ ਕਰਦੇ ਹਾਂ। ਤਾਂ ਇਸ ਹਿਸਾਬ ਨਾਲ ਅਸੀਂ ਇੱਥੇ 3 ਜੋ ਹੈ ਸਾਡੇ ਕਿਸਮਾਂ ਦੀ ਗੱਲ ਕੀਤੀ ਹੈ। ਫਿਰ ਅੱਗੇ ਹੈ ਜੋ ਸਾਡਾ DX ਸਿਸਟਮ ਹੈ ਜਾਂ ਚਿਲਡ ਵਾਟਰ ਸਿਸਟਮ ਹੈ, ਉਹਨੂੰ ਚਲਾਉਣ ਦੇ ਲਈ ਅਸੀਂ ਵੱਖ-ਵੱਖ ਪ੍ਰਿੰਸੀਪਲਸ ਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਮੈਂ ਇੱਥੇ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੀ ਗੱਲ ਕੀਤੀ ਹੈ, ਇਸੇ ਪ੍ਰਕਾਰ ਤੁਸੀਂ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੀ ਵੀ ਵਰਤੋਂ ਕਰ ਸਕਦੇ ਹੋ। ਸੈਂਟਰਲ ਏਅਰ ਕੰਡੀਸ਼ਨਿੰਗ ਸਿਸਟਮ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਵੀ ਕੀ ਕਰਦਾ ਹੈ, ਉਹ ਇਕੱਲਾ ਕੂਲਿੰਗ ਦਾ ਕੰਮ ਨਹੀਂ ਕਰਦਾ, ਜਿਹਦੇ ਦੁਆਰਾ ਅਸੀਂ ਕੂਲਿੰਗ, ਹੀਟਿੰਗ